ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਤੇ ਮੈਂ ਹਾਂ ਸੁਰਭੀ ਸ਼ਰਮਾ। ਖਬਰਾਂ ਦੇ ਇਸ ਬੁਲੇਟਿਨ 'ਚ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰਿਐਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਲਈ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰੋ। ਪੇਸ਼ ਹਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। ਤੁਰਕੀ ਤੇ ਸੀਰੀਆ 'ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਪਹੁੰਚੀ 4300 ਦੇ ਪਾਰ। ਸੈਂਕੜੇ ਇਮਾਰਤ ਤਬਾਹ ਹੋ ਗਏ। 9 ਸਾਲ ਦੇ ਬੱਚੇ ਨੇ ਗ੍ਰੈਜੂਏਟ ਬਣ ਰਚਿਆ ਇਤਿਹਾਸ। ਬਣਨਾ ਚਾਹੁੰਦਾ ਹੈ ਖਗੋਲ ਵਿਗਿਆਨੀ। ਅਮਰੀਕਾ 'ਚ ਵੱਧ ਰਹੀ ਭਾਰਤੀਆਂ ਦੀ ਸਾਖ। ਰੋ ਖੰਨਾ ਚੁਣੇ ਗਏ ਹਾਊਸ ਇੰਡੀਆ ਕਾਕਸ ਦੇ ਕੋ-ਚੇਅਰ। ਭਾਰਤ ਨੇ ਭੂਚਾਲ ਪੀੜਤ ਤੁਰਕੀ ਲਈ ਰਾਹਤ ਸਮੱਗਰੀ ਦੀ ਪਹਿਲੀ ਖੇਪ ਰਵਾਨਾ ਕੀਤੀ। ਪੀਐਮ ਮੋਦੀ ਨੇ ਦੇਸ਼ ਸਮਰਪਿਤ ਕੀਤਾ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਫੈਕਟਰੀ। ਰੇਪ 'ਚ ਅਸਫਲ ਰਹਿਣ ਤੇ 7 ਸਾਲ ਦੀ ਮਾਸੂਮ ਨੂੰ 29 ਵਾਰ ਮਾਰਿਆ ਚਾਕੂ। ਕੋਰਟ ਨੇ ਸੁਣਾਈ ਫਾਂਸੀ ਦੀ ਸਜ਼ਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਤੁਰਕੀ ਅਤੇ ਸੀਰੀਆ 'ਚ ਲੋਕ ਸੋਮਵਾਰ ਸਵੇਰੇ ਨੀਂਦ ਤੋਂ ਵੀ ਨਹੀਂ ਜਾਗੇ ਸਨ ਕਿ ਉਹਨਾਂ ਦੇ ਉੱਤੇ ਕੁਦਰਤੀ ਆਫਤ ਨੇ ਘੇਰ ਲਿਆ। ਰਿਕਟਰ ਪੈਮਾਨੇ ਤੇ 7.8 ਦੀ ਤੀਬਰਤਾ ਵਾਲੇ ਭੂਚਾਲ ਕਾਰਨ ਦੋਵੇਂ ਦੇਸ਼ ਹਿਲ ਗਏ। ਇੰਨਾ ਹੀ ਨਹੀਂ, ਕੁਝ ਘੰਟਿਆਂ ਦੇ ਅੰਦਰ 7.6 ਅਤੇ 6.0 ਦੀ ਤੀਬਰਤਾ ਵਾਲੇ ਦੋ ਹੋਰ ਭੂਚਾਲ ਵੀ ਆਏ। ਇਸ ਤਬਾਹੀ ਦੇ ਵਿੱਚ 4300 ਮੌਤਾਂ ਹੋ ਗਈਆਂ, ਜਦੋਂ ਕਿ 10,000 ਤੋਂ ਵੱਧ ਲੋਕ ਜ਼ਖਮੀ ਹੋ ਗਏ। ਤੁਰਕੀ ਵਿੱਚ 2316 ਤੋਂ ਵੱਧ ਅਤੇ ਸੀਰੀਆ ਦੇ ਵਿੱਚ 1999 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਕਾਰਨ ਸੈਂਕੜੇ ਇਮਾਰਤਾਂ ਢਹਿ ਗਈਆਂ ਹਨ। ਲੋਕ ਬਚਣ ਲਈ ਬਰਫੀਲੀਆਂ ਸੜਕਾਂ ਤੇ ਇਕੱਠੇ ਹੋ ਗਏ ਹਨ। ਸਭ ਤੋਂ ਵੱਧ ਤਬਾਹੀ ਦੱਖਣੀ ਤੁਰਕੀ ਅਤੇ ਉੱਤਰ ਸੀਰੀਆ ਵਿੱਚ ਹੋਈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਬਚਾਅ ਕਰਤਾ ਅਜੇ ਵੀ ਮਲਬੇ ਹੇਠ ਦਬੇ ਲੋਕਾਂ ਦੀ ਭਾਲ ਕਰ ਰਹੇ ਹਨ। ਅਮਰੀਕਾ ਦੇ ਪੈਨਸਿਲਵੇਨੀਆ 'ਚ 9 ਸਾਲ ਦੇ ਬੱਚੇ ਨੇ ਕਮਾਲ ਕਰ ਦਿੱਤਾ। 9 ਸਾਲ ਦਾ ਮੁੰਡਾ ਹਾਈ ਸਕੂਲ ਤੋਂ ਸਭ ਤੋਂ ਘੱਟ ਉਮਰ ਵਿੱਚ ਗ੍ਰੈਜੂਏਸ਼ਨ ਕਰਨ ਵਾਲਿਆਂ ਵਿੱਚੋਂ ਇੱਕ ਬਣ ਗਿਆ ਹੈ। ਇਸ ਦੇ ਨਾਲ ਹੀ ਉਸਨੇ ਕਾਲਜ ਦੀ ਡਿਗਰੀ ਲਈ ਪੜ੍ਹਨਾ ਵੀ ਸ਼ੁਰੂ ਕਰ ਦਿੱਤਾ ਹੈ। ਇਸ 9 ਸਾਲ ਦੇ ਬੱਚੇ ਦਾ ਨਾਂ ਡੇਵਿਡ ਬਾਲੋਗੁਨ ਹੈ। ਡੇਵਿਡ ਨੇ ਡਿਸਟੈਂਸ ਲਰਨਿੰਗ ਰਾਹੀਂ ਹੈਰਿਸਬਰਗ ਦੇ ਰੀਚ ਸਾਈਬਰ ਚਾਰਟਰ ਸਕੂਲ ਤੋਂ ਆਪਣਾ ਡਿਪਲੋਮਾ ਹਾਸਲ ਕੀਤਾ। ਡੇਵਿਡ ਨੇ ਆਪਣੀਆਂ ਪ੍ਰਾਪਤੀਆਂ ਦਾ ਕ੍ਰੈਡਿਟ ਆਪਣੇ ਬਹੁਤ ਸਾਰੇ ਪਸੰਦੀਦਾ ਅਧਿਆਪਕਾਂ ਅਤੇ ਵਿਗਿਆਨ ਤੇ ਕੰਪਿਊਟਰ ਪ੍ਰੋਗਰਾਮਿੰਗ ਪ੍ਰਤੀ ਆਪਣੇ ਪਿਆਰ ਨੂੰ ਦਿੱਤਾ। ਉਸਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਉਹ ਇੱਕ ਖਗੋਲ ਭੌਤਿਕ ਵਿਗਿਆਨੀ ਬਣਨਾ ਚਾਹੁੰਦਾ ਹੈ ਅਤੇ ਬਲੈਕ ਹੋਲ ਅਤੇ ਸੁਪਰਨੋਵਾ ਦਾ ਅਧਿਐਨ ਕਰਨਾ ਚਾਹੁੰਦਾ ਹੈ। ਭਾਵੇਂ ਡੇਵਿਡ ਦੇ ਮਾਤਾ-ਪਿਤਾ ਕੋਲ ਐਡਵਾਂਸ ਡਿਗਰੀਆਂ ਹਨ, ਪਰ ਉਹ ਮੰਨਦੇ ਹਨ ਕਿ ਅਜਿਹੇ ਤੇਜ਼ ਦਿਮਾਗ ਵਾਲੇ ਬੱਚੇ ਦੀ ਪਰਵਰਿਸ਼ ਕਰਨਾ ਮੁਸ਼ਕਿਲ ਹੈ। ਚੈਨਲ ਨਾਲ ਗੱਲਬਾਤ ਕਰਦਿਆਂ ਡੇਵਿਡ ਨੇ ਮਾਂ ਰੋਨੀਆ ਬਲੋਗੁਨ ਨੇ ਕਿਹਾ ਕਿ ਉਹ 9 ਸਾਲ ਦਾ ਬੱਚਾ ਹੈ ਜਿਸ ਦੇ ਦਿਮਾਗ 'ਚ ਕਈ ਧਾਰਨਾਵਾਂ ਨੂੰ ਸਮਝਣ ਦੀ ਸਮਰੱਥਾ ਹੈ, ਜੋ ਕਿ ਉਸਦੀ ਉਮਰ ਤੋਂ ਪਰੇ ਹੈ ਅਤੇ ਕਈ ਵਾਰ ਮੇਰੀ ਸਮਝ ਤੋਂ ਵੀ ਪਰੇ ਹੈ। ਡੇਵਿਡ ਦੇ ਅਧਿਆਪਕਾਂ ਨੇ ਸਵੀਕਾਰ ਕੀਤਾ ਕਿ ਉਹਨਾਂ ਨੇ ਆਪਣੇ ਅਸਧਾਰਨ ਤੌਰ ਤੇ ਹੋਣਹਾਰ ਵਿਦਿਆਰਥੀ ਤੋਂ ਗਿਆਨ ਪ੍ਰਾਪਤ ਕੀਤਾ ਸੀ। ਅਮਰੀਕਾ ਵਿੱਚ ਭਾਰਤ ਅਤੇ ਭਾਰਤੀ ਮੂਲ ਦੇ ਲੋਕਾਂ ਦੀ ਸਾਖ ਵੱਧਦੀ ਜਾ ਰਹੀ ਹੈ। ਹੁਣ ਅਮਰੀਕਾ ਸਦਨ ਵਿੱਚ ਦੇਸ਼ ਵਿਦੇਸ਼ ਦੇ ਸਭ ਤੋਂ ਵੱਡੇ ਦੋ ਪੱਖੀ ਗਠਜੋੜ ਕਾਂਗਰੈਸਨਲ ਕਾਕਸ ਔਨ ਇੰਡੀਆ ਐਂਡ ਇੰਡੀਅਨ ਅਮਰੀਕਨਜ਼ ਦਾ ਸਹਿ ਪ੍ਰਧਾਨ ਡੈਮੋਕ੍ਰੈਟਿਕ ਪਾਰਟੀ ਦੇ ਭਾਰਤੀ ਅਮਰੀਕੀ ਕਾਂਗਰਸਮੈਨ ਰੋ ਖੰਨਾ ਨੂੰ ਬਣਾਇਆ ਗਿਆ ਹੈ। ਉੱਥੇ ਰਿਪਬਲਿਕਨ ਪਾਰਟੀ ਦੇ ਸੰਸਦ ਮੈਂਬਰ ਮਾਈਕ ਵਾਲਟਜ਼ ਨੂੰ ਵੀ 118ਵੀਂ ਕਾਂਗਰਸ ਵਿੱਚ ਸਹਿ ਪ੍ਰਧਾਨ ਚੁਣਿਆ ਗਿਆ। ਇੰਡੀਆ ਕਾਕਸ ਪ੍ਰਤੀਨਿਧ ਸਦਨ ਵਿੱਚ ਸੰਸਦ ਮੈਂਬਰਾਂ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵਿਸ਼ੇਸ਼ ਦੋ ਪੱਖੀ ਗਠਜੋੜ ਹੈ, ਜੋ ਦੁਨੀਆ ਦੇ ਦੋ ਸਭ ਤੋਂ ਵੱਡੇ ਲੋਕਤੰਤਰਤਾ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਕੀਤੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਭਾਰਤ ਨੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਭੂਚਾਲ ਰਾਹਤ ਸਮੱਗਰੀ ਪਹਿਲੀ ਖੇਪ ਤੁਰਕੀ ਲਈ ਰਵਾਨਾ ਕੀਤੀ। ਪ੍ਰਧਾਨ ਮੰਤਰੀ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ NDRF ਅਤੇ ਰਾਹਤ ਸਮੱਗਰੀ ਵਾਲੀਆਂ ਮੈਡੀਕਲ ਟੀਮਾਂ ਤੁਰਕੀ ਦੀ ਸਰਕਾਰ ਦੇ ਤਾਲਮੇਲ ਵਿੱਚ ਤੁਰਕੀ ਭੇਜੀਆਂ ਜਾਣਗੀਆਂ। ਇਸ ਵਿੱਚ NDRF ਦੀਆਂ ਵਿਸ਼ੇਸ਼ ਖੋਜ ਅਤੇ ਬਚਾਅ ਟੀਮਾਂ ਸ਼ਾਮਲ ਹਨ, ਜਿਸ ਵਿੱਚ ਪੁਰਸ਼ ਅਤੇ ਮਹਿਲਾ ਕਰਮਚਾਰੀ, ਕੁੱਤਿਆਂ ਦੇ ਦਸਤੇ, ਮੈਡੀਕਲ ਸਪਲਾਈ, ਉન્નਤ ਡ੍ਰਿਲਿੰਗ ਉਪਕਰਨ ਅਤੇ ਰਾਹਤ ਕਾਰਜਾਂ ਲਈ ਲੋੜੀਂਦੇ ਹੋਰ ਸਾਜ਼ੋ ਸਮਾਨ ਸ਼ਾਮਿਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਤੁਮਕੁਰੂ ਜ਼ਿਲ੍ਹੇ 'ਚ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਦੀ ਏਸ਼ੀਆ ਦੀ ਸਭ ਤੋਂ ਵੱਡੀ ਹੈਲੀਕਾਪਟਰ ਨਿਰਮਾਣ ਇਕਾਈ ਦਾ ਉਦਘਾਟਨ ਕੀਤਾ।
इस मौके पीएम मोदी ने कांग्रेस से निशाना बिंदे हुए कहा कि हिंदुस्तान एरोनॉटिक्स लिमिटेड ਦੇ ਨਾਂ ਤੇ ਉਹਨਾਂ ਦੀ ਸਰਕਾਰ ਖਿਲਾਫ ਦੋਸ਼ ਲਾਏ ਗਏ ਅਤੇ ਲੋਕਾਂ ਨੂੰ ਭੜਕਾਉਣ ਦੀ ਸਾਜ਼ਿਸ਼ ਰਚੀ ਗਈ। ਗੁੱਬੀ ਤਾਲੁਕ 'ਚ HAL ਦੀ ਫੈਕਟਰੀ ਦਾ ਉਦਘਾਟਨ ਕਰਨ ਤੋਂ ਬਾਅਦ ਮੋਦੀ ਨੇ ਕਾਂਗਰਸ ਦਾ ਨਾਂ ਲਏ ਬਿਨਾਂ ਕਿਹਾ ਅੱਜ HAL ਦੀ ਹੈਲੀਕਾਪਟਰ ਫੈਕਟਰੀ ਇੱਕ ਗਵਾਹੀ ਦੇ ਰੂਪ 'ਚ ਖੜੀ ਹੈ ਜਿਸ ਨੇ ਇਸ ਦੇ ਬਾਰੇ ਫੈਲਾਏ ਗਏ ਝੂਠੇ ਅਤੇ ਗਲਤ ਸੂਚਨਾ ਦਾ ਪਰਦਾਫਾਸ਼ ਕੀਤਾ ਹੈ। ਕਾਂਗਰਸ ਦੇ ਤਤਕਾਲੀ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ HAL ਤੇ ਰਾਫੇਲ ਸੰਧੀ ਖੋਹਣ ਅਤੇ ਇਸ ਨੂੰ ਅਨਿਲ ਅੰਬਾਨੀ ਦੀ ਕੰਪਨੀ ਨੂੰ ਤੋਹਫੇ 'ਚ ਦੇਣ ਦਾ ਦੋਸ਼ ਲਗਾਇਆ ਸੀ। मध्य प्रदेश के इंदौर 7 साल की बच्ची नाल जबर जिनाह करन च असफल रहन ते उसका बेरहमी नाल कतल करन दे जुर्म च जिला अदालत ने 31 साला व्यक्ति नूं फांसी की सजा सुनाई। इस्तगासा पक्ष के एक अधिकारी ने कहा जानकारी दी कि वधीक सैशनल जज और विशेष जज सुरेखा मिश्रा ने सदाम भारती नूं दंडवाला की धारा 302 के अधीन फांसी की सजा सुनाई। अदालत ने दोषी नूं भारती दंडावली की धारा 364 के अधीन उम्र कैद की सजा सुनाई। उसते भारती दंडावली दियां होर संबंधित धारावां दे नाल ही यौन अपराधां तो बच्चियां दी सुरक्षा एक्ट के अधीन भी जुर्म साबित होया। अदालत ने दोषी ते 9000 रुपए का जुर्माना लगाया और कतल की शिकार बच्ची के परिवार नूं सरकारी खजाने तो 3 लाख रुपए का मुआवजा दिते जाण दा आदेश भी दिता। अमृतसर अंतरराष्ट्रीय हवाई अड्डे तो बीती रात अमृतसर कोलकाता इंडिगो की उड़ान ते यात्री उस समय वाल-वाल बच गए जदों उड़ान भरन तो 4 मिनट बाद ही जहाज़ का एक इंजन फेल हो गया। नतीजे वजों जहाज़ नूं हवाई अड्डे ते वापस लैंड करना पिया। जानकारी अनुसार रात 10:24 ते जदों इंडिगो एयरलाइंस का जहाज़ जमीन तो 5000 फुट की उचाई ते पहुंचिया तां चालक दल नूं इसदा एक इंजन बंद होने ते संकेत मिले। इससे तुरंत एयरपोर्ट समेत संबंधित विभागां नूं सूचित किया गया। चालक दल ने बड़ी मुहारत नाल जहाज़ नूं हवाई अड्डे वाल मोड़िया ते 16 मिनटां बाद जहाज़ नूं वापस हवाई अड्डे ते उतारिया। इत्थे लैंड करन तो बाद जहाज़ की मुड़ जांच की गई अते पार्किंग च लिजाया गया। हवाई अड्डे के डायरैक्टरेट ने दस्सिया कि सूचना मिलते ही हवाई अड्डे ते एमरजेंसी सेवा के कर्मचारी तुरंत तैनात कर दिए गए। कोलकाता जाने वाली फ्लाइट 122 यात्री और 6 स्टाफ मैंबर सन। उन्होंने दस्सिया कि इस तो बाद इंडिगो एयरलाइंस वालों बदलवी उड़ान का प्रबंध करके यात्रियों को कोलकाता भेजा गया। इस दौरान 3 यात्रियों ने अगली फ्लाइट च सवार होने तो इनकार कर दिता। लुधियाना की अदालत के बाहर उस समय दहशत फैल गई जदों पेशी भुगतन आए नौजवानों ते गोलियां चला दित्तियां गईयां। हुण तक दी मिली जानकारी मुताबिक लुधियाना की अदालत विच 3 राउंड फायर होए हन। इस गोलीबारी विच एक नौजवान जख्मी हो गया। जख्मी नौजवान की शनाख्त हिमांशु वजों हुई है। उसनूं इलाज लई हस्पताल दाखिल करवाया गया है। मिली जानकारी मुताबिक उक्त नौजवान अपने दोस्त गुरचरण सिंह नाल अपराधक मामले विच पेशी भुगतान आया सी। इस दौरान विरोधी पार्टी वालों उक्त नौजवानों ते गोलियां चला दित्तियां गईयां। अदालती कंपलैक्स विच गोली चलन कारण भगदड़ मच गई। लुधियाने की अदालत विच सुरक्षा के पुख्ता प्रबंध हुंदे हन पर इस दे बावजूद अपराधक अंसरां वालों अजिही वारदात नूं अंजाम देना पुलिस की कारगुजारी ते सवालिया निशान खड़ा करते हैं। पंजाब के मोहाली जिले दे विच एक मां ने खुद ही अपनी 3 दिन की बच्ची नूं जिंदा दफना दिता। इस संबंधी सूचना मिलते ही पुलिस मौके ते पहुंच गई जिस तो बाद नवजन्मी बच्ची नूं टोया पुट के बाहर कढ़िया गया जिस तो बाद उसनूं हस्पताल भी ले जाया गया जिथों उसनूं PGI चंडीगढ़ रैफर कर दिता गया। उत्ते पहुंच के डॉक्टरों ने बच्ची नूं मृतक ऐलान कर दिता। शुरुआती जांच कहा जा रहा है कि औरत डिप्रैशन का शिकार सी। उसनूं शक सी कि यह धी जादू टोने तो पैदा हुई है। पुलिस मुताबक पिंड करोरा दी रहन वाली अनीता रानी ने शुक्रवार नूं एक बच्ची नूं जन्म दिता। इस तो बाद पूरा परिवार खुश हो गया। अनीता बच्चे दे नाल घर ही सी। मुलजम दा पति पेंटर का काम करता है। उसदे पहला ही 2 लड़के हैं। इन्हां दी उम्र करीब 14 ते 5 साल है। पति राजकुमार अनुसार जदों अपने काम तो घर परतिया तां उसने बच्ची नूं नहीं देखा। उसने पत्नी अनीता नूं पुछया पर वो कोई जवाब नहीं दे रही जिस कारण उसने पुलिस नूं सूचना दी। इस तो बाद पुलिस ने औरत की सख्ती नाल पुछगिछ की तां उसने खुद जाके बच्ची नूं टोए चों बाहर कढ़िया। भारत जोड़ो यात्रा दौरान संसद मैंबर संतोख चौधरी के देहांत उपरांत खाली होए जलंधर लोक सभा हल्के की सीट ते
ਚੋਣ ਕਮਿਸ਼ਨ ਮਈ 2023 ਚ ਜਿਮਨੀ ਚੋਣ ਕਰਵਾ ਸਕਦਾ ਹੈ। ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਪ ਚੋਣ ਦੀ ਦਸਤਕ ਨੂੰ ਲੈ ਕੇ ਅਗਾਊ ਤਿਆਰੀ ਸ਼ੁਰੂ ਕਰ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਸਾਲ 2023 ਦੇ ਵਿੱਚ ਕਰਨਾਟਕ ਅਤੇ ਹੋਰ ਕੁਝ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਹਨ ਅਤੇ ਇਨ੍ਹਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਜਲੰਧਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਉਪ ਚੋਣ ਦੇ ਅਜਿਹੇ ਸਮੀਕਰਨ ਨੂੰ ਦੇਖ ਕੇ ਜ਼ਿਲ੍ਹਾ ਪੱਧਰ ਤੇ ਉਪ ਚੋਣ ਨੂੰ ਲੈ ਕੇ ਹਲਚਲ ਤੇਜ਼ ਹੋ ਗਈ ਹੈ ਅਤੇ ਜ਼ਿਲ੍ਹਾ ਪੱਧਰ ਤੇ ਵੀ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਲਈਆਂ ਹਨ, ਆਪਣੀ ਕਮਰ ਕੱਸ ਲਈ ਹੈ। ਮੰਨਣਯੋਗ ਹੈ ਕਿ ਲੋਕ ਸਭਾ ਹਲਕੇ ਦੇ ਕਿਸੇ ਵੀ ਮੈਂਬਰ ਦੇ ਦੇਹਾਂਤ ਹੋਣ ਸਮੇਤ ਹੋਰ ਕਾਰਨਾਂ ਕਰਕੇ ਖਾਲੀ ਹੋਈ ਸੀਟ ਤੇ 6 ਮਹੀਨਿਆਂ ਅੰਦਰ ਜਿਮਨੀ ਚੋਣ ਕਰਵਾਈ ਲਾਜ਼ਮੀ ਹੁੰਦੀ ਹੈ। ਚੋਣ ਕਮਿਸ਼ਨ ਦੇ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਚੋਣ ਵਿਭਾਗ ਨੇ ਆਪਣੀਆਂ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਉਪ ਚੋਣ ਨੂੰ ਲੈ ਕੇ ਪੋਲਿੰਗ ਤੋਂ ਲੈ ਕੇ ਵੋਟਾਂ ਦੀ ਗਿਣਤੀ ਤੱਕ ਦੀ ਪ੍ਰਕਿਰਿਆ ਦੀ ਦੁਬਾਰਾ ਸਮੀਖਿਆ ਕੀਤੀ ਜਾ ਰਹੀ ਹੈ। ਇसी कड़ी तहत डायरैक्टोरेट लैंड रिकॉर्ड दफ्तर नज़दीक स्पोर्ट्स कॉलेज विच बने स्ट्रोंग रूम विच रखिया वोटिंग मशीनों की फस्ट लैवल चैकिंग शुरू कर दी गई है, जिस तहत भारत इलैक्ट्रिकल लिमिटेड बेंगलुरु तो 18 इंजीनियरों की टीम मशीनों की जांच कर रही है और जांच का सारा काम 20 फरवरी तक निबेड़न का टीचा दिता गया है। मन्निया जा रहा है कि भारतीय चोण कमीशन अप्रैल महीने जलंधर लोक सभा की उप चोण का नोटिफिकेशन जारी कर देगी और अगले महीने की समा हद विच उप चोण मुकम्मल करवा दी जाएगी। मशहूर पंजाबी गायक सिमर दोराहा की एक वीडियो सामने आई है। इस विच गायक एक ढाबे उपर बदमाशी करता दिखाई दे रहा है। सिमर दोराहा ढाबे वालियां नूं गालां कढदा अते धमकियां दिंदा नजर आउंदा है। ढाबा मुलाजम ने गायक खिलाफ कार्रवाई की मांग की है। ढाबे उपर काम करते सूरज ने दस्सिया कि बीती रात मालक दे जान मगरों कुछ व्यक्ति समान लैके गए। ये व्यक्ति करीब 1 घंटे मगरों आके कहन लगे कि समान घट पाया है। जदों उसने कहा कि समान पूरा पाया है, सवेरे आके भावें कैमरे देख लिए जान। इस दौरान ये व्यक्ति गालां कड्ढन लगे, जबरदस्ती कैमरे देखन लगे, उस नाल कुटमार की गई तो साथियों ने उसनू बचाया। दूजे पासे दोराहा थाना मुखी विजय कुमार ने कहा कि मामला उन्हां दे ध्यान च है, परंतु किसी ने हाले शिकायत नहीं की है। जेकर कोई शिकायत करेगा तो बनती कार्रवाई की जाएगी। अक्सर सुर्खियां च रहने वाले लोक इंसाफ पार्टी की जिला प्रधान सरबजीत सिंह कंग ने एक नवा विवाद खड़ा कर दिता। पायल दे बाजीगर मोहल्ले विच एक व्यक्ति दे घर बाहर गुंडागर्दी करन पुजे। इस आगू खिलाफ लोग भड़क उठे। लोगों ने थाने बाहर सड़क उपर लंबे पै के रोस मुजाहरा किया। उक्त आगू का पुतला साड़िया गया। रोस मुजाहरे दौरान एक नौजवान ने आत्महत्या की कोशिश भी की। लोक इंसाफ पार्टी के जिला प्रधान सरबजीत सिंह कंग की कुछ दिन पहला सरेआम गड्डी च स्पीकर लगा के आप वर्कर नूं धमकियां देने की वीडियो सामने आई सी। फिर जीटी रोड उपर ट्रक रोक के कागज चैक करन दी वीडियो ने इस आगू नूं सुर्खियां दे विच लिआंदा। इन्हां दोवां वीडियोज़ उपर विधायक सुखपाल खैरा ने ट्वीट करके पंजाब सरकार नूं भी घेरिया सी, परंतु लिप आगू कंग दा सिलसिला इसे तरह खत्म नहीं होया। हुण इस आगू ने पायल दे बाजीगर मोहल्ले विखे जाके एक व्यक्ति के घर विच बाहर गुंडागर्दी कर दी। जदों ये आगू अपनियां हरकतां तो बाज नहीं आया तो इलाके के लोग भड़क उठे, जिन्हां ने इस आगू का विरोध किया। पायल थाने के बाहर सड़क उपर लंबे पै के जाम लगा दिता गया। लिप आगू का पुतला साड़िया गया। इस दौरान एक नौजवान ने फाहा लगा के खुदकुशी की कोशिश भी की। प्रदर्शनकारियों ने कहा कि उन्होंने किसी व्यक्ति के खिलाफ थोड़े दिन पहला थाना डहलो विखे चोरी का मुकदमा दर्ज कराया गया। हुण जानबूझ के लिप आगू अपने साथियों समेत उन्होंने धमकियां दे रहा है। घर के बाहर आके गुंडागर्दी की गई। पुलिस की हाजिरी च पूरे घर की तलाशी लैन मगरों भी लिप आगू अपनियां हरकतां तो बाज नहीं आया तो मजबूरी च उन्होंने थाना घेरना पिया। ਇਹ ਸਾਡੇ ਖਿਲਾਫ ਨਹੀਂ ਹੈ, ਇਹ ਇਮਾਨਦਾਰੀ ਦੇ ਖਿਲਾਫ ਕਿਉਂਕਿ ਉਹ ਚਾਹੁੰਦੇ ਨੇ ਜਿਹੜੀਆਂ ਕੋਠੀਆਂ ਪਾਈਆਂ ਨੇ ਇੱਕ ਪਾਸੇ ਕਹਿੰਦੇ 5-5 ਰੁਪਏ ਇਕੱਠੇ ਕਰਦੇ 5-5 ਰੁਪਏ ਤਾਂ ਸਾਰੇ ਹੀ ਕਰਦੇ ਨੇ ਮਹੱਲਾ ਹੀ, ਬਾਕੀਆਂ ਤੋਂ ਕਾਹਤੇ ਨਹੀਂ ਪਈਆਂ, ਕੱਲੀ ਉਹਦੀ ਕਾਹਤੇ ਪਈ। ਉਹ ਜਾਂਚ ਲਈ ਵੀ ਨਹੀਂ ਪ੍ਰਾਪਰਟੀ ਜਾਂਚ ਹੋਵੇ ਪੈਸੇ ਆਏ ਕਿੱਥੋਂ। ਫਿਰ ਅਸੀਂ ਉਹੀ ਚੀਜ਼ ਜੋ ਦੱਸਿਆ ਜਿਹੜਾ ਹੁਣ ਜਿਹੜਾ ਡਰਾਮਾ ਸੀ ਹਾਈ ਲੈਵਲ ਤੇ ਕਰਕੇ ਸੱਚ ਦਬਾਉਣ ਦੀ ਕੋਸ਼ਿਸ਼ ਆ। अपने को कंप्लेंट दे के गए हैं जोड़ा एक इतने कोई एक डेलो थाने का परचा वह कोई दोषी है जिसका घर इतने स्थित है तो वो संबंधी जोड़े है उत्थे लोकल पुलिस वालों रेड भी की गई सी दोषी संबंधी जोड़ा कि बाद इन्होंने वालों जोड़ा पब्लिक वालों आपत्ति जताई गई सी कि एक सिविल का जोड़ा बंदा है जिसका कि उत्थे होना नहीं बनता सीगा उन्हें उत्थे आके गलत व्यवहार किया तो कुछ गलत शब्द बोले ने
ਤੇ ਜਿਹੜੇ ਕਿ ਆਪਾਂ ਉਹਨਾਂ ਵੱਲੋਂ ਜਿਹੜੀ ਕੰਪਲੇਂਟ ਲੈ ਦਿੱਤੀ ਗਈ ਹੈ। ਜਿਹੜਾ ਅਰੈਸਟ ਵਾਲਾ ਪਾਰਟ ਹੈ ਉਹ ਸੈਪਰੇਟ ਹੈਗਾ। ਬਾਕੀ ਜਿਹੜਾ ਇਹ ਕਹਿੰਦੇ ਵੀ ਉਹਨਾਂ ਨਾਲ ਦੁਰਵਿਵਹਾਰ ਵਗੈਰਾ ਕੀਤਾ ਉਹਦੇ ਬਾਰੇ ਆਪਾਂ ਔਨ ਮੈਰਿਟ ਉਹਨੂੰ ਜਾ ਕੇ ਜੋ ਸਹੀ ਕਾਰਵਾਈ ਬਣਦੀ ਹੋਊਗੀ ਸਾਡੇ ਵੱਲੋਂ ਮਿਲ ਜਾਂਦੀ ਹੈ। ਸਰ ਥਾਣੇ ਦੇ ਬਾਹਰ ਇੱਕ ਨੌਜਵਾਨ ਨੂੰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ ਧਰਨੇ ਦੌਰਾਨ। ਨਹੀਂ ਦੇਖੋ ਮੇਰੇ ਨੋਟਿਸ 'ਚ ਇੱਦਾਂ ਦੀ ਕੋਈ ਗੱਲ ਹੈ ਨਹੀਂ ਆ। ਫਿਰ ਵੀ ਆਪਾਂ ਜੋ ਵੀ ਹੈਗਾ ਮੇਰੇ ਕੋਲ ਹੀ ਬੈਠ ਕੇ ਗਏ ਨੇ ਸਾਰੇ, ਮੈਂ ਉਹਨਾਂ ਦੀ ਸਾਰੀ ਗੱਲਬਾਤ ਜਿਹੜੀ ਬੜੇ ਗੌਰ ਨਾਲ ਧਿਆਨ ਨਾਲ ਸੁਣੀ ਆ। ਜੋ ਵੀ ਉਹਨੂੰ ਸਾਰਾ ਵਿਚਾਰ ਕੇ ਜੋ ਔਨ ਮੈਰਿਟ ਹੋਊਗਾ ਆਪਾਂ ਐਕਸ਼ਨ ਲਵਾਂਗੇ। ਉਦੋਂ ਤੱਕ ਕੋਈ ਕਾਰਵਾਈ ਹੋਣੀ ਜੀ, ਆਪਾਂ ਮੈਂ ਆਇਆ ਮੌਕੇ ਤੇ ਬੈਠਾ ਜੀ, ਹੁਣ ਮੌਕੇ ਜੋ ਹੋਊਗਾ ਜੋ ਸਹੀ ਹੋਊਗਾ ਆਪਾਂ ਕਰਾਂਗੇ। ਪਿਛਲੇ ਦਿਨੀ ਐਡਵੋਕੇਟ ਵਿਨੀਤ ਮਹਾਜਨ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਉਲਟਾ ਵਿਨੀਤ ਮਹਾਜਨ ਦੇ ਭਰਾ ਅਵਨੀਸ਼ ਮਹਾਜਨ ਨੇ ਵਿਨੀਤ ਮਹਾਜਨ ਦੇ ਖਿਲਾਫ ਹੀ ਪ੍ਰੈਸ ਕਾਨਫਰੰਸ ਕਰ ਦਿੱਤੀ ਅਤੇ ਕਿਹਾ ਕਿ ਵਿਨੀਤ ਮਹਾਜਨ ਨੇ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਕਿ ਸਾਡੇ ਹਿੰਦੂ ਦੇਵੀ ਦੇਵਤਿਆਂ ਦੇ ਖਿਲਾਫ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਤੇ ਹੁਣ ਉਹ ਪੁਲਿਸ ਕਮਿਸ਼ਨਰ ਕੋਲੋਂ ਮੰਗ ਕਰਦੇ ਹਨ ਕਿ ਵਿਨੀਤ ਮਹਾਜਨ ਨੇ ਜੋ ਉਹਨਾਂ ਦੇ ਉੱਪਰ ਝੂਠੇ ਕੇਸ ਦਰਜ ਕੀਤੇ ਹਨ ਉਸ ਦੀ ਜਾਂਚ ਕੀਤੀ ਜਾਵੇ। ਤੇ ਉਹਨਾਂ ਨੇ ਕਿਹਾ ਕਿ ਜੇਕਰ ਕੱਲ ਨੂੰ ਸਾਡੇ ਪਰਿਵਾਰ ਜਾਂ ਉਸ ਨੂੰ ਕੁਝ ਵੀ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰ ਵਿਨੀਤ ਮਹਾਜਨ ਹੋਏਗਾ, ਉਸ ਦੀ ਫੈਮਿਲੀ ਤੇ ਪ੍ਰਸ਼ਾਸਨ ਵੀ ਨਾਲ ਹੀ ਹੋਣਗੇ। ਅਵਨੀਸ਼ ਮਹਾਜਨ ਨੇ ਦੋਸ਼ ਲਗਾਇਆ ਕਿ ਵਿਨੀਤ ਆਪਣੀ ਘਰ ਬੈਠੀ ਮਾਂ ਦੀ ਕਦਰ ਨਹੀਂ ਕਰਦਾ ਅਤੇ ਰੋਜ਼ ਆਪਣੇ ਪਰਿਵਾਰ ਨੂੰ ਧਮਕੀਆਂ ਦਿੰਦਾ ਹੈ। ਇਸੇ ਕਰਕੇ ਉਸ ਦੀ ਮਾਤਾ ਨੇ ਉਸ ਨੂੰ ਜਾਇਦਾਦ ਤੋਂ ਵੀ ਬੇਦਖਲ ਕਰ ਦਿੱਤਾ ਹੈ। ਅਵਨੀਸ਼ ਮਹਾਜਨ ਨੇ ਪੁਲਿਸ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਉਹਨਾਂ ਦੇ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ਦੀ ਜਾਂਚ ਕੀਤੀ ਜਾਵੇ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆ ਰੋਡ ਤੇ ਸਥਿਤ ਸਪਰਿੰਗ ਡੇਲ ਸਕੂਲ ਦੇ ਬਾਹਰ ਪਾਰਕਿੰਗ ਸਮੱਸਿਆ ਦਾ ਮਾਮਲਾ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ, ਜਿਸ ਸੰਬੰਧੀ ਭਾਰਤੀ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਸਕੂਲ ਦੇ ਬਾਹਰ ਧਰਨਾ ਪ੍ਰਦਰਸ਼ਨ ਲਗਾਇਆ ਗਿਆ ਅਤੇ ਉੱਥੇ ਹੀ ਪਾਰਕਿੰਗ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਗਈ। ਜਿਸ ਸੰਬੰਧੀ ਮੌਕੇ ਤੇ ਪਹੁੰਚੇ ਏਡੀਸੀਪੀ ਟ੍ਰੈਫਿਕ ਅਮਨਦੀਪ ਕੌਰ ਵੱਲੋਂ ਕਿਸਾਨ ਜਥੇਬੰਦੀਆਂ ਤੇ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਲਦ ਇਸ ਮਾਮਲੇ ਦਾ ਹੱਲ ਕੱਢਣ ਦਾ ਆਸ਼ਵਾਸਨ ਦਿਵਾ ਕੇ ਧਰਨਾ ਖਤਮ ਕੀਤਾ ਗਿਆ। ਧਰਨਾ ਪ੍ਰਦਰਸ਼ਨ ਕਰ ਰਹੇ ਭਾਰਤੀ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਦੱਸਿਆ ਕਿ ਸਪਰਿੰਗ ਡੇਲ ਸਕੂਲ ਦੇ ਬਾਹਰ ਪਾਰਕਿੰਗ ਕਾਰਨ ਆ ਰਹੀ ਸਮੱਸਿਆਵਾਂ ਸੰਬੰਧੀ ਇੱਥੇ ਰੋਸ ਪ੍ਰਦਰਸ਼ਨ ਕੀਤਾ ਹੈ ਤਾਂ ਜੋ ਇਸ ਰੋਡ ਤੇ ਇਸ ਨਾਲ ਪੈਦਾ ਹੋ ਰਹੀ ਸਮੱਸਿਆਵਾਂ ਦੇ ਚਲਦੇ ਸਕੂਲ ਪ੍ਰਸ਼ਾਸਨ ਦੇ ਅੜੀਅਲ ਰਵੱਈਏ ਦੇ ਚਲਦੇ ਧਰਨਾ ਲਾਇਆ ਗਿਆ ਸੀ, ਜੋ ਕਿ ਮੌਕੇ ਤੇ ਪਹੁੰਚੇ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਆਸ਼ਵਾਸਨ ਤੇ ਇਹ ਧਰਨਾ ਜਿਹੜਾ ਹੈ ਚੁੱਕਿਆ ਗਿਆ ਅਤੇ ਜੇਕਰ ਸਕੂਲ ਪ੍ਰਸ਼ਾਸਨ ਵੱਲੋਂ ਮਿੱਥੇ ਸਮੇਂ ਤੱਕ ਇਸ ਪਾਰਕਿੰਗ ਦਾ ਹੱਲ ਨਾ ਕੱਢਿਆ ਗਿਆ ਤਾਂ ਅਣਮਿੱਥੇ ਸਮੇਂ ਲਈ ਉਹ ਫਿਰ ਧਰਨੇ ਤੇ ਬੈਠਣਗੇ। एक्चुअली ना काफ़ी समय तो इन्हों का किसानों का सीगा कि जेडे इत्थे स्कूल दे करना काफ़ी जेड़ा ट्रैफिक जाम रहिंदा वा। अज उन्हां दे नाल गलबात करके मैनेजमेंट नाल भी गलबात कीती सीगी जिहदे विच उन्हां नूं विश्वास दिवाया गया वा कि अगे तो बाद रोड जेड़ा बिल्कुल खाली होऊगा, जिहड़े स्टाफ दियां और स्कूल वैन सारियां अंदर पार्क करया करनगियां, ना ही किते कलोनी विच गड्डियां लगणगियां और मैनेजमेंट नाल ये गल हो गई है। ਅਸੀਂ ਆਪਣੀ ਟ੍ਰੈਫਿਕ ਪੁਲਿਸ ਵੀ ਲਾਵਾਂਗੇ ਤੇ ਇਹ ਜਿਹੜਾ ਵਾ ਇਹਨਾਂ ਦੀ ਸਿਕਿਉਰਿਟੀ ਗਾਰਡ ਵੀ ਲਾਵਾਂਗੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਪ੍ਰੋਬਲਮ ਇਹਨਾਂ ਨੂੰ ਨਾ ਸਾਹਮਣਾ ਕਰਨਾ ਪਵੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਦਿੱਤੇ ਗਏ ਬਿਆਨ, ਜਿਸ 'ਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਾਰੇ ਪ੍ਰੋਜੈਕਟ ਸਾਡੇ ਹੀ ਜਾਰੀ ਕੀਤੇ ਹਨ, ਆਪ ਪਾਰਟੀ ਵੱਲੋਂ ਤਸਵੀਰਾਂ ਤੇ ਨਾ ਹੀ ਬਦਲੇ ਗਏ ਹਨ। ਮੁੱਖ ਮੰਤਰੀ ਨੂੰ ਪੰਜਾਬ ਦੇ ਹਾਲਾਤ ਬਦਲਣ ਲਈ ਕਿਹਾ ਹੈ, ਨਾ ਕਿ ਨਾਮ। इस बयान उत्ते कैबिनेट मंत्री डॉक्टर इंद्रजीत सिंह निज्जर ने कहा कि प्रोजेक्ट किसी का नहीं हुंदा, सरकारां आउंदियां जांदियां रहिंदियां हन। उन्होंने कहा कि कांग्रेस पार्टी के प्रोजेक्ट बादल सरकार ने जिहड़े बादल सरकार के प्रोजेक्ट है हुण आम आदमी पार्टी चला रही है, सरकारां आउंदियां जांदियां रहिंदियां हन। उन्होंने कहा कि फाइनेंसर असीं लभ के लगा रहे हैं, जिहड़े प्रोजेक्ट असीं चला रहे हैं ਉਹ ਪੈਸੇ ਸਾਡੇ ਖਾਤੇ ਵਿੱਚ ਪੈਣਗੇ, ਸੁਖਬੀਰ ਬਾਦਲ ਦੇ ਖਾਤੇ ਵਿੱਚ ਨਹੀਂ ਪੈਣਗੇ। ਉਹਨਾਂ ਨੇ ਕਿਹਾ ਕਿ ਸਾਡਾ SGPC ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਭਗਵੰਤ ਮਾਨ ਸੂਝਵਾਨ ਬੰਦੇ ਹਨ, ਉਹਨਾਂ ਦਾ ਦਿਲ ਪੰਜਾਬ ਦੇ ਲਈ ਧੜਕਦਾ ਹੈ। ਅਸੀਂ ਸਿੱਖ ਸੰਗਤ ਦੇ ਨਾਲ ਖੜੇ ਹਾਂ ਤੇ ਖੜੇ ਰਹਾਂਗੇ। ਕੋਈ ਇਸ ਤਰ੍ਹਾਂ ਨਹੀਂ ਹੁੰਦਾ ਕਿ ਜੇ ਪ੍ਰੋਜੈਕਟ ਕਿਸੇ ਦਾ ਨਹੀਂ ਹੁੰਦਾ, ਸਰਕਾਰਾਂ ਕੰਟੀਨਿਊਟੀ ਚੱਲਦੀਆਂ ਨੇ। ਸੋ ਜਿਹੜੇ ਉਹਨਾਂ ਨੇ ਟੈਨਿਓਰ ਸੀਗਾ ਉਹਨਾਂ ਨੇ ਜੋ ਪੁਰਾਣੇ ਕਾਂਗਰਸ ਨੇ ਸੋਚੇ ਹੋਣਗੇ ਉਹਨਾਂ ਨੇ ਕਰ ਲਏ ਹੋਣਗੇ, ਜੋ ਉਹਨਾਂ ਸੋਚੇਗਾ ਕਾਂਗਰਸ ਨੇ ਕਰ ਲਏ। ਅਸੀਂ ਵੀ ਆਪਣੇ ਪ੍ਰੋਜੈਕਟ ਨਾਲ ਸ਼ੁਰੂ ਕਰ ਲਏ ਨੇ। ਬਾਕੀ ਦੇਖੋ ਫਾਈਨੈਂਸਿਸ ਅਸੀਂ ਲੱਭ ਕੇ ਲਗਾ ਰਹੇ ਹਾਂ ਨਾ, तो ਜਿਹੜੇ ਪ੍ਰੋਜੈਕਟ ਅਸੀਂ ਕਰ ਰਹੇ ਹਾਂ, ਪੈਸੇ ਖਰਚ ਰਹੇ ਹਾਂ, ਸਾਡੇ ਖਾਤੇ 'ਚ ਹੀ ਪੈਣਗੇ, ਸੁਖਬੀਰ ਬਾਦਲ ਦੇ ਖਾਤੇ 'ਚ ਨਹੀਂ ਪੈ ਜਾਣਗੇ। ਸਰ ਕੀ ਲੱਗਦਾ ਹੈ ਜੋ ਸੁਖਬੀਰ ਬਾਦਲ ਕਹਿ ਰਹੇ ਨੇ, ਜੋ ਵੀ
ਬਾਕੀ ਆਮ ਪਾਰਟੀ ਜਾਂ ਕੋਈ ਹੋਰ ਪਾਰਟੀਆਂ ਨੇ ਐਜੀਪੀਸੀ ਦੇ ਮੰਗਰੀ ਪਈ ਕੀ ਨਹੀਂ ਸਾਡਾ ਐਸਜੀਪੀਸੀ ਨਾਲ ਕੋਈ ਲੈਣ ਦੇਣ ਨਹੀਂ ਹੈ। ਐਸਜੀਪੀਸੀ ਸਾਡਾ ਕੀ ਲੈਣ ਦੇਣਾ ਹੈ? ਹੁਣ ਸਾਡਾ ਤੇ ਦੇਖੋ ਐਸਜੀਪੀਸੀ ਸਾਨੂੰ ਕੋਈ ਇੰਟਰਸਟ ਨਹੀਂ ਹੈ। ਐਸਜੀਪੀਸੀ ਸਾਡੇ ਸਿੱਖ ਸੰਗਤ ਨੇ ਚੁਣੀ ਹੈ, ਜੋ ਜਿਹਨੂੰ ਠੀਕ ਸਮਝਦੇ ਉਹਨੂੰ ਚੁਣਿਆ ਉਹਨਾਂ ਨੇ। ਅਗਲੀ ਇਲੈਕਸ਼ਨ ਆਏਗੀ, ਜਿਹਨੂੰ ਠੀਕ ਸਮਝਣਗੇ ਚੁਣਨਗੇ ਉਹਨੂੰ। ਪਰ ਕਈ ਗੱਲਾਂ ਹੈਗੀਆਂ ਜਿਵੇਂ ਉਹਨਾਂ ਦਾ ਹੁਣ ਜਿਹੜੀ ਪੀਟੀਸੀ ਨੂੰ ਸਾਰੀ ਉਹਨਾਂ ਦਿੱਤੀ ਹੋਈ ਆ, ਆਪਣੀ ਬ੍ਰੌਡਕਾਸਟਿੰਗ ਦਿੱਤੀ ਆ, ਉਹ ਗਲਤ ਗੱਲ ਹੈ। ਉਹ ਹਰ ਇੱਕ ਹੋਣੀ ਚਾਹੀਦੀ ਹੈ, ਹਰ ਇੱਕ ਜਿਹੜਾ ਮਰਜ਼ੀ ਚੈਨਲ ਉਹਨੂੰ ਕਰੇ। ਸਿੱਖ ਸੰਗਤ ਜਿਹੜੀ ਹੈ ਉਹਨੂੰ ਫ੍ਰੀ ਬਿਲਕੁਲ ਸੇਵਾ ਮਿਲਣੀ ਚਾਹੀਦੀ ਹੈ। ਤੇ ਇਸ ਵਕਤ ਉਸ 'ਤੇ ਪੈਸੇ ਕਮਾਏ ਜਾ ਰਹੇ ਆ। ਹੁਣ ਇਹ ਉਹਨੇ ਪਿੱਛੇ ਪੈਣ ਵਾਲੀ ਗੱਲ ਥੋੜੀ ਹੈ, ਇਹ ਤਾਂ ਸਿੱਖ ਸੰਗਤ ਦੀ ਡਿਮਾਂਡ ਹੈ। ਜੀਰਾ ਦੇ ਕਾਂਗਰਸੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਸਾਬਕਾ ਹਲਕਾ ਵਿਧਾਇਕ ਕੁਲਬੀਰ ਜ਼ੀਰਾ ਦੀ ਅਗਵਾਈ ਵਿੱਚ ਜ਼ੀਰਾ ਦੇ SBI ਬੈਂਕ ਦੇ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕੁਲਬੀਰ ਜ਼ੀਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੋਆਪਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਤੇ ਦੇਸ਼ ਦੇ ਵਿੱਚ ਆਮ ਲੋਕਾਂ ਦੀ ਨਹੀਂ ਬਲਕਿ ਕੋਆਪਰੇਟ ਘਰਾਣਿਆਂ ਦੀ ਸਰਕਾਰ ਹੈ। ਰੋਸ ਮੁਜ਼ਾਹਰਾ ਤੁਸੀਂ ਕਰ ਰਹੇ ਹੋ, ਕੀ ਮਕਸਦ? ਗੱਲ ਇਹ ਹੈ ਕਿ ਅੱਜ ਜਿਹੜਾ ਰੋਸ ਮੁਜ਼ਾਹਰਾ ਕਰ ਰਹੇ ਆ ਉਹ ਅੱਜ ਮੋਦੀ ਦਾ ਪਿੱਠ ਸਿਆਪਾ ਕਰ ਰਹੇ ਆ, ਕਿਉਂਕਿ ਮੋਦੀ ਨੇ ਅੱਜ ਜਦੋਂ ਦੀ ਸਰਕਾਰ ਬਣੀ ਹੈ ਗਰੀਬਾਂ ਦਾ, ਕਿਸਾਨਾਂ ਦਾ, ਮਜ਼ਦੂਰਾਂ ਦਾ, ਵਪਾਰੀ ਉਹ ਜਿਹੜੇ ਲੋਕ ਸਵੇਰੇ ਆਪਦਾ 10-9 ਦੀ ਕਿਰਤ ਕਮਾਈ ਕਰਦੇ ਨੇ ਤੇ ਸ਼ਾਮ ਨੂੰ ਜਾ ਕੇ ਆਪਦੇ ਬੱਚਿਆਂ ਦਾ ਪੇਟ ਪਾਲਦੇ ਨੇ। ਔਰ ਉਹਦੇ ਨਾਲ ਨਾਲ ਇਹਨਾਂ ਬਾਰੇ ਤਾਂ ਨਹੀਂ ਸੋਚਿਆ, ਜੇ ਸੋਚਿਆ ਕਹਿੰਦੇ ਬਾਰੇ ਅਬਾਨੀਆਂ ਤੇ ਅਡਾਨੀਆਂ ਬਾਰੇ। ਅੱਜ ਤੁਸੀਂ ਵੇਖ ਰਹੇ ਹੋ ਜੋ ਪਿੱਛੇ ਸ਼ੇਅਰਾਂ ਦੇ ਵਿੱਚ ਗਿਰਾਵਟ ਹੋਈ, ਔਰ ਉਹਦੇ ਨਾਲ ਨਾਲ ਘੱਟੋ ਘੱਟ LIC ਦੇ ਵਿੱਚ ਔਰ SBI ਦੇ ਘੱਟੋ ਘੱਟ 29 ਕਰੋੜ ਦੇ ਜਿਹੜੇ LIC ਦੇ ਜਿਹੜੇ 29 ਕਰੋੜ ਪਾਲਿਸੀ ਧਾਰਕ ਜਿਹੜੇ ਨੇ, ਔਰ ਉਹਦੇ ਨਾਲ 45 ਕਰੋੜ ਜਿਹੜੇ SBI ਦੇ ਜਿਹੜੇ ਉੱਥੇ ਜਿਨ੍ਹਾਂ ਦੇ ਖਾਤੇ ਨੇ ਖਾਤਾ ਧਾਰਕ, ਉਹਨਾਂ ਨੂੰ ਜਿਹੜਾ ਹੈ ਕਿ ਜੋ ਨੁਕਸਾਨ ਜਿਹੜਾ ਇਹ ਸਿਰਫ ਇੱਕ ਫਾਇਦੇ ਪਹੁੰਚਾਉਣ ਲਈ ਕਿ ਅਡਾਨੀਆਂ ਨੂੰ ਫਾਇਦਾ ਹੋਣਾ ਚਾਹੀਦਾ ਹੈ। ਅੱਜ ਉਹਨਾਂ ਲੋਕਾਂ ਦਾ ਗਲਾ ਘੋਟਿਆ ਜਾ ਰਿਹਾ ਹੈ। ਔਰ ਅੱਜ ਇਹ ਜਿਹੜੇ ਧਰਨੇ ਆ ਔਰ ਮੋਦੀ ਦਾ ਜਿਹੜਾ ਪਿੱਠ ਸਿਆਪਾ ਤੇ ਜਿਹੜਾ ਪੁਤਲਾ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਹਰ ਬਲਾਕ ਦੇ ਵਿੱਚ ਜਿਹੜਾ ਜੋ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਰਾਹੁਲ ਗਾਂਧੀ ਜੀ ਔਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਹਿਨਮਾਈ ਹੇਠ ਜਿਹੜਾ ਕਿ ਇਹ ਪੁਤਲਾ ਜਿਹੜਾ ਮੁਜ਼ਾਹਰਾ ਜਿਹੜਾ ਅਸੀਂ ਕਰ ਰਹੇ ਹਾਂ। ਅੱਜ ਦੀ ਨੌਜਵਾਨ ਪੀੜ੍ਹੀ ਆਪਣੇ ਸ਼ਹੀਦਾਂ ਅਤੇ ਉਹਨਾਂ ਦੀ ਸ਼ਹਾਦਤ ਨੂੰ ਭੁੱਲਦੀ ਜਾ ਰਹੀ ਹੈ, ਪਰ ਜ਼ਿਲ੍ਹਾ ਗੁਰਦਾਸਪੁਰ ਦੇ ਤੁਗਲਵਾਲ ਸਥਿਤ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਵਿੱਚ ਇੱਕ ਅਜਿਹੀ ਗੈਲਰੀ ਹੈ ਜਿਸ ਵਿੱਚ ਤੁਹਾਨੂੰ ਸ਼ਹੀਦਾਂ ਦੀ ਮੌਤ ਦੇ ਸਰਟੀਫਿਕੇਟਾਂ ਦੇ ਨਾਲ-ਨਾਲ ਅਜਿਹੀਆਂ ਅਦੁੱਤੀਆਂ ਤਸਵੀਰਾਂ ਵੀ ਵੇਖਣ ਨੂੰ ਮਿਲਣਗੀਆਂ ਜੋ ਤੁਹਾਨੂੰ ਹੋਰ ਕਿਤੇ ਨਹੀਂ ਮਿਲ ਸਕਦੀਆਂ। ਸਾਹਿਬਜ਼ਾਦਿਆਂ ਦਾ ਸ਼ਹਾਦਤ ਨਾਲ ਜੁੜਿਆ ਪੇਂਟਿੰਗਸ ਅਤੇ ਹੱਥ ਨਾਲ ਬਣਾਈਆਂ ਤਸਵੀਰਾਂ ਤੋਂ ਇਲਾਵਾ ਤੁਹਾਨੂੰ ਇੱਥੇ ਆਜ਼ਾਦੀ ਦੇ ਹਰ ਸ਼ਹੀਦ ਦੀਆਂ ਤਸਵੀਰਾਂ ਅਤੇ ਉਹਨਾਂ ਦੇ ਜੀਵਨ ਬਾਰੇ ਜਾਣਕਾਰੀ ਮਿਲੇਗੀ। ਇਹੋ ਨਹੀਂ, ਉਹਨਾਂ ਦੀਆਂ ਮਾਵਾਂ ਦੀਆਂ ਤਸਵੀਰਾਂ, ਵੱਖ-ਵੱਖ ਸ਼ਹੀਦਾਂ ਦੇ ਘਰਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਉਹਨਾਂ ਦੇ ਵੱਖ-ਵੱਖ ਜੇਲ੍ਹਾਂ ਦੀਆਂ ਤਸਵੀਰਾਂ ਵੀ ਇੱਥੇ ਹਨ ਜਿੱਥੇ ਸ਼ਹੀਦਾਂ ਵੱਲੋਂ ਕੈਦ ਕੱਟੀ ਗਈ। ਸ਼ਹੀਦਾਂ ਨੂੰ ਦਿੱਤੇ ਗਏ ਦਰਦਨਾਕ ਤਸੀਹਿਆਂ ਦੀਆਂ ਤਸਵੀਰਾਂ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਸਕਦੇ ਹਨ, ਜਦ ਕਿ ਬੇੜੀਆਂ ਵਿੱਚ ਜਕੜੇ ਕੈਦੀ ਦੇਸ਼ ਭਗਤਾਂ ਦੀਆਂ ਤਸਵੀਰਾਂ ਦੇਖ ਕੇ ਦੇਸ਼ ਭਗਤਾਂ ਦੇ ਦੇਸ਼ ਲਈ ਕੀਤੇ ਗਏ ਬਲੀਦਾਨਾਂ ਪ੍ਰਤੀ ਵੀ ਸਿਰ ਝੁਕੇ ਬਿਨਾਂ ਨਹੀਂ ਰਹਿ ਸਕੇਗਾ। ਇਹ ਸਭ ਇਸ ਗੈਲਰੀ ਵਿੱਚ ਕਾਲਜ ਦੇ ਪ੍ਰਿੰਸੀਪਲ ਸਰਦਾਰ ਸਵਰਨ ਸਿੰਘ ਨੇ ਬਹੁਤ ਮਿਹਨਤ ਨਾਲ ਇਕੱਠਾ ਕੀਤਾ ਹੈ ਅਤੇ ਹੁਣ ਇਸ ਦੀ ਦੇਖ ਕਾਲਜ ਦੀਆਂ ਵਿਦਿਆਰਥਣਾਂ ਕਰ ਰਹੀਆਂ ਹਨ। ਦੱਸ ਦਈਏ ਕਿ ਬਾਬਾ ਰਿਆੜਕੀ ਕਾਲਜ ਵਿੱਚ ਕੋਈ ਅਧਿਆਪਕ ਨਹੀਂ ਹੈ। ਵੱਡੀਆਂ ਕਲਾਸਾਂ ਦੇ ਵਿਦਿਆਰਥੀ ਛੋਟੇ ਕਲਾਸਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਅਤੇ ਪ੍ਰੀਖਿਆ ਦੇ ਵਿੱਚ ਜੇਕਰ ਕੋਈ ਨਕਲ ਹੁੰਦੀ ਫੜ ਲਵੇ ਤਾਂ ਉਸ ਨੂੰ ਇਨਾਮ ਦੇਣ ਦੀ ਘੋਸ਼ਣਾ ਵੀ ਕੀਤੀ ਗਈ ਹੈ। ਸਿੰਘ ਕਹਿੰਦੇ ਆ ਤੇ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਇਹਦਾ ਮੈਂ ਪ੍ਰਿੰਸੀਪਲ ਹਾਂ। ਇਹ ਕਾਲਜ ਬੱਚੀਆਂ ਲਈ ਫ੍ਰੀ ਐਜੂਕੇਸ਼ਨ ਦੇ ਤੌਰ 'ਤੇ ਕੁਝ ਫਰੀडम ਫਾਈਟਰਸ ਨੇ ਸੁਪਨਿਆਂ ਅਤੇ ਕੁਝ ਇਹਨਾਂ ਸਾਰੇ ਫਰੀडम ਫਾਈਟਰਾਂ ਦੇ ਸੁਪਨੇ ਪੂਰੇ ਕਰਨ ਲਈ ਅਸੀਂ ਇਹ ਕਾਲਜ ਸ਼ੁਰੂ ਕੀਤਾ ਸੀ 1976 'ਚ। 72 ਵਿੱਚ ਗਿਆਨੀ ਕਲਾਸ ਸ਼ੁਰੂ ਕੀਤੀ ਸੀ, ਗਿਆਨੀ ਅਕੈਡਮੀ, ਔਰ ਯੂਨੀਵਰਸਿਟੀ ਨੇ ਸਾਡਾ ਇਹ ਸਟੈਂਡਰਡ ਵੇਖ ਕੇ ਵੀ ਬੱਚੇ ਨਕਲ ਨਹੀਂ ਮਾਰਦੇ। ਅੱਜ ਤਾਈਂ ਕੋਈ ਸਾਡਾ ਨਕਲ ਨਹੀਂ ਫੜ ਸਕਦਾ। 21,000 ਰੁਪਏ ਅਸੀਂ ਰੱਖਿਆ ਹੁੰਦਾ, ਕੋਈ ਬੱਚਾ ਨਕਲ ਨਹੀਂ ਮਾਰਦਾ, ਕੋਈ ਬੱਚਾ ਝੂਠ ਨਹੀਂ ਬੋਲਦਾ। ਇੱਕ ਸੱਚ ਕਾ ਸਕੂਲ, ਉਹ ਇੱਕ NDTV ਦੇ ਕੀ ਨਾ ਉਹਨਾਂ ਦਾ, ਉਹਨਾਂ ਨੇ ਲਿਖਿਆ ਸੀਗਾ, ਔਰ ਉਦੋਂ ਦਾ ਸਾਡੇ 'ਚ ਇਹ ਚੀਜ਼ਾਂ ਭਰ ਗਈਆਂ ਵੀ ਸ਼ਹੀਦਾਂ ਦਾ ਅਤੇ ਸੱਚ ਦਾ
ਸ਼ਹੀਦਾਂ ਦੇ ਸੁਪਨੇ ਪੂਰੇ ਕਰਨੇ ਆ ਤੇ ਸੱਚ ਅਪਣਾਉਣਾ ਆ। ਇਸ ਕਰਕੇ ਸ਼ਹੀਦਾਂ ਦੇ ਸੁਪਨੇ ਕਰਨ ਲਈ ਸ਼ਹੀਦਾਂ ਦੀਆਂ ਯਾਦਾਂ, ਸ਼ਹੀਦਾਂ ਦੇ ਘਰ, ਸ਼ਹੀਦਾਂ ਦੇ ਘਰ, ਸ਼ਹੀਦਾਂ ਦੀਆਂ ਮਾਵਾਂ, ਕਿਉਂਕਿ ਅਸੀਂ ਬੱਚੀਆਂ ਸਾਡੀਆਂ ਮਾਵਾਂ ਬਣਨੀਆਂ, ਸ਼ਹੀਦਾਂ ਦੀਆਂ ਮਾਵਾਂ, ਸ਼ਹੀਦਾਂ ਨੇ ਕਿਹੋ ਜਿਹੇ ਪੁੱਤਰ ਜਮੇ, ਉਹਨਾਂ ਪੁੱਤਰਾਂ ਨੇ ਕਿਆ ਕਿਆ ਕਰ ਵਿਖਾਇਆ, ਉਹਨਾਂ ਦਾ ਕਿਰਦਾਰ, ਉਹਨਾਂ ਦਾ ਜੀਵਨ, ਉਹਨਾਂ ਦਾ ਕਰੈਕਟਰ, ਉਹ ਸਾਰਾ ਕੁਝ ਵਿਖਾਉਂਦੇ। ਮੇਰਾ ਨਾਮ ਨਵਜੋਤ ਕੌਰ ਆ ਅਤੇ ਅਸੀਂ ਆਪਣੇ ਵਿਰਾਸਤ ਘਰ ਵਿੱਚ ਸ਼ਹੀਦਾਂ ਨੂੰ ਸਮਰਪਿਤ ਗੈਲਰੀ ਜਿਹੜੀ ਆ ਉਹ ਵੀ ਲਗਾਈ ਗਈ ਆ ਸਾਡੇ ਕਾਲਜ ਵੱਲੋਂ। ਇਹਦੇ ਵਿੱਚ ਜਿੱਦਾਂ ਭਗਤ ਸਿੰਘ ਦੀਆਂ ਤਸਵੀਰਾਂ ਨੇ, ਉਹਨਾਂ ਦੀ ਮਾਤਾ ਜੀ ਦੀਆਂ, ਚੰਦਰ ਸ਼ੇਖਰ ਆਜ਼ਾਦ ਦੀਆਂ ਅਸਲੀ ਤਸਵੀਰਾਂ ਨੇ। ਇਸ ਤੋਂ ਇਲਾਵਾ ਉਹਨਾਂ ਦੇ ਜਿਹੜੇ ਮੌਤ ਦੇ ਸਰਟੀਫਿਕੇਟਸ ਨੇ ਉਹ ਅਸਲੀ ਤੁਹਾਨੂੰ ਵੇਖਣ ਨੂੰ ਜਿਹੜੇ ਉਹ ਮਿਲ ਸਕਦੇ ਨੇ। ਇਹਦੇ ਵਿੱਚ ਕੀ ਆ, ਆਪਾਂ ਸ਼ਹੀਦਾਂ ਨੂੰ ਸਮਰਪਿਤ ਇਹ ਗੈਲਰੀ ਜਿਹੜੀ ਉਹ ਲਗਾਈ ਗਈ ਆ, ਕਿਉਂਕਿ ਅੱਜ ਕੱਲ੍ਹ ਤੇ ਬੱਚਿਆਂ ਨੂੰ ਜਿਹੜਾ ਸ਼ਹੀਦਾਂ ਦੇ ਚੰਗੀ ਤਰ੍ਹਾਂ ਨਾਮ ਵੀ ਨਹੀਂ ਪਤਾ ਹੋਣੇ, ਅਤੇ ਸਾਡੇ ਕਾਲਜ ਨੇ ਇਸ ਚੀਜ਼ ਨੂੰ ਜਿਹੜਾ ਬੜੇ ਸਤਿਕਾਰ ਦੇ ਨਾਲ ਸੰਜੋ ਕੇ ਰੱਖਿਆ ਹੋਇਆ ਆ। ਮੇਰਾ ਨਾਮ ਸੁਪ੍ਰਿਆ ਕੌਰ ਆ, ਮੈਂ ਕੋਹਾਲੀ ਪਿੰਡ ਤੋਂ ਆ। ਇਹ ਸਾਡਾ ਜਿਹੜਾ ਇੱਥੇ ਵਿਰਾਸਤ ਘਰ ਆ ਕਾਲਜ ਦੇ ਵਿੱਚ, ਇਹਦੇ ਵਿੱਚ ਅਸੀਂ ਆਪਣੀ ਗੈਲਰੀ ਬਣਾਈ ਹੋਈ ਹੈ ਇੱਕ ਸ਼ਹੀਦਾਂ ਦੀ। ਇਹਦੇ ਵਿੱਚ ਸਾਰੇ ਸ਼ਹੀਦ ਜਿਹੜੇ ਪੁਰਾਣੇ ਆ, ਸਰਦਾਰ ਭਗਤ ਸਿੰਘ, ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ ਨੇ, ਜਿਨ੍ਹਾਂ ਤੋਂ ਸਾਨੂੰ ਉਹਨਾਂ ਦੇ ਇਤਿਹਾਸ ਸਭ ਬਾਰੇ ਪਤਾ ਲੱਗਦਾ। ਉਹਨਾਂ ਦੀਆਂ ਮਾਵਾਂ ਦੀਆਂ ਤਸਵੀਰਾਂ, ਉਹਨਾਂ ਦੇ ਪੁਰਾਣੇ ਘਰ, ਸਾਰਿਆਂ ਦੇ ਜਿਹੜੀਆਂ ਤਸਵੀਰਾਂ ਵਾ ਇੱਥੇ ਅਸੀਂ ਰੱਖੀਆਂ। ਬਾਕੀ ਜਿਹੜੇ ਬੱਚੇ ਉਹ ਭੁੱਲਦੇ ਜਾ ਰਹੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਸ ਲਈ ਸਾਰਾ ਕੁਝ ਅਸੀਂ ਸੰਭਾਲ ਕੇ ਰੱਖਿਆ ਹੋਇਆ। ਕਾਂਗਰਸ ਪਾਰਟੀ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ LIC ਦਫ਼ਤਰਾਂ ਦੇ ਬਾਹਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ LIC ਅਤੇ SBI ਨੇ ਜੋ ਅੰਡਾਨੀ ਗਰੁੱਪ ਦੇ ਸ਼ੇਅਰ ਖਰੀਦੇ ਹੋਏ ਹਨ ਉਹ ਹੁਣ ਡੁੱਬਦੇ ਜਾ ਰਹੇ ਹਨ, ਜਿਸ ਨਾਲ ਦੇਸ਼ ਦੇ ਲੋਕਾਂ ਨੂੰ ਵੱਡਾ ਨੁਕਸਾਨ ਹੋਣ ਵਾਲਾ ਹੈ। ਗੁਰਦਾਸਪੁਰ ਵਿੱਚ ਵੀ ਸਾਬਕਾ ਕੈਬਨਿਟ ਮੰਤਰੀ ਅਰੁਣਾ ਚੌਧਰੀ, ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਨੇ LIC ਦਫ਼ਤਰ ਗੁਰਦਾਸਪੁਰ ਸਾਹਮਣੇ ਧਰਨਾ ਲਗਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਕਿਹਾ ਕਿ ਭਾਜਪਾ ਸਰਕਾਰ ਦੇਸ਼ ਨੂੰ ਡੋਬ ਰਹੀ ਹੈ ਅਤੇ ਦੇਸ਼ ਨੂੰ ਅੰਬਾਨੀ ਅਤੇ ਅੰਡਾਨੀ ਦੇ ਅੱਗੇ ਗਿਰਵੀ ਰੱਖਿਆ ਹੋਇਆ ਹੈ। ਇਸ ਮੌਕੇ ਤੇ ਉਹਨਾਂ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਅਜੇ ਵੀ ਬਰਗਾੜੀ ਦਾ ਇਨਸਾਫ ਨਹੀਂ ਮਿਲ ਰਿਹਾ ਤਾਂ ਕੁੰਵਰ ਵਿਜੇ ਪ੍ਰਤਾਪ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਦੇਖੋ, ਅੱਜ ਧਰਨਾ ਸੈਂਟਰ ਸਰਕਾਰ ਦੇ ਖਿਲਾਫ ਹੈ। ਬੇਸਿਕਲੀ ਜਿਹੜੇ ਅਡਾਨੀ ਤੇ ਅੰਬਾਨੀ ਵਰਗੇ ਜਿਹੜੇ ਇੱਕ ਦੋ ਘਰਾਣੇ ਨੇ ਜਿਨ੍ਹਾਂ ਦੇ ਹੱਥ ਸਾਡੇ ਮੁਲਕ ਦੀ ਕਮਾਂਡ ਦਿੱਤੀ ਹੋਈ ਆ, ਕਿਉਂਕਿ ਜਦੋਂ ਇੱਕ ਮੋਹਤਬਾਰ ਨੂੰ ਸਾਰਾ ਦੇ ਦਿੱਤਾ ਹੋਵੇ ਤੇ ਜੇ ਉਹ ਡੁੱਬਦਾ ਤੇ ਸਾਰਾ ਘਰ ਹੀ ਨਾਲ ਡੁੱਬਦਾ। ਤੇ ਜੋ ਸਰਕਾਰ, ਸੈਂਟਰ ਸਰਕਾਰ ਇਸ ਵਕਤ ਕਰ ਰਹੀ ਹੈ, ਜੋ ਉਹਨਾਂ ਦੀਆਂ ਪਾਲਿਸੀਜ਼ ਨੇ, ਇਹ ਪਹਿਲਾਂ ਵੀ ਇਸ ਅਲਾਰਮਿੰਗ ਸਿਚੁਏਸ਼ਨ ਆਉਂਦੀ ਰਹੀ ਆ। ਲੋਕਾਂ ਨੂੰ ਅਵੇਅਰ ਵੀ ਕਰਦੇ ਰਹੇ ਆ ਕਿ ਕਿਸੇ ਵੇਲੇ ਵੀ ਜਿਹੜਾ ਮੁਲਕ ਨੂੰ ਕੁਝ ਵੀ ਹੋ ਸਕਦਾ। ਤੇ ਅੱਜ ਅਡਾਨੀ ਗਰੁੱਪ ਜੇ ਡੁੱਬਦਾ, ਅਡਾਨੀ ਡੁੱਬਦਾ ਤੇ ਉਹਦੇ ਨਾਲ ਹਿੰਦੁਸਤਾਨ ਡੁੱਬਦਾ, ਕਿਉਂਕਿ LIC ਦੇ ਬਹੁਤ ਸ਼ੇਅਰ ਜਿਹੜੇ ਅਡਾਨੀ ਗਰੁੱਪ ਦੇ ਖਰੀਦੇ ਹੋਏ ਆ। ਸਟੇਟ ਬੈਂਕ ਆਫ ਇੰਡੀਆ, RBI ਨੇ, ਮਤਲਬ ਕਹਿਣ ਦਾ ਭਾਵ ਕਿ ਅੱਜ ਸਾਰਾ ਮੁਲਕ ਜਿਹੜਾ ਅਡਾਨੀ ਦੇ ਕਬਜ਼ੇ 'ਚ ਕੀਤਾ ਹੋਇਆ। ਤੁਸੀਂ ਦੇਖਿਆ ਟ੍ਰੇਨਾਂ 'ਤੇ ਵੀ ਅਡਾਨੀ, ਏਅਰਪੋਰਟਸ ਦੇ ਬਾਹਰ ਵੀ ਅਡਾਨੀ, ਕੋਲੇ ਦੀਆਂ ਖਾਨਾਂ 'ਤੇ ਵੀ ਅਡਾਨੀ। ਮੇਰੇ ਖਿਆਲ ਜਿਹੜੀ ਰੋਟੀ ਮੋਦੀ ਸਾਹਿਬ ਖਾਂਦੇ ਹੋਣੇ ਆ ਉਹ ਵੀ ਭਾਂਡੇ ਅਡਾਨੀ ਦੇ ਘਰੋਂ ਆਉਂਦੇ ਹੋਣੇ ਆ, ਜੋ ਹਾਲਾਤ ਸਾਡੇ ਮੁਲਕ ਦੇ ਹੋ ਗਏ ਆ। ਜੇ ਸਰਕਾਰ ਹਰ ਚੀਜ਼ ਪ੍ਰਾਈਵੇਟ ਬੰਦੇ ਦੇ ਹੱਥ 'ਚ ਦਿੰਦੀ ਆ ਤੇ ਫਿਰ ਮੈਨੂੰ ਨਹੀਂ ਸਮਝ ਲੱਗਦੀ ਪਰ ਸਰਕਾਰ ਬਣਾਉਣ ਦੀ ਕੀ ਲੋੜ ਆ, ਪ੍ਰਾਈਮ ਮਿਨਿਸਟਰ ਬਣਾਉਣ ਦੀ ਕੀ ਲੋੜ ਆ। ਫਿਰ ਤੁਸੀਂ ਮਤਾ ਪਾ ਦਿਓ ਕਿ ਅਡਾਨੀ ਜਿਹੜਾ ਉਹ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ, ਕਿਉਂਕਿ ਸਾਰਾ ਕੁਛ ਤੇ ਉਹ ਚਲਾ ਰਿਹਾ। ਅਸੀਂ ਠੇਕੇ 'ਤੇ ਦਿੱਤਾ ਹੋਇਆ ਆਪਣਾ ਮੁਲਕ ਇਹਨਾਂ ਲੋਕਾਂ ਨੂੰ। ਜੇ ਉਹ ਡੁੱਬਦਾ ਤੇ ਅਸੀਂ ਵੀ ਡੁੱਬਦੇ ਹਾਂ। ਜਿਹੜੇ ਲੋਕਾਂ ਨੇ ਆਪਣੀ ਮਿਹਨਤ ਦੀ ਕਮਾਈ ਜਿਹੜੀ ਆ ਉਹ LIC ਦੇ ਵਿੱਚ ਕਿਤੇ ਲਾਉਂਦੇ ਆ ਕਿ ਸਾਡੇ ਮਰਨ ਤੋਂ ਬਾਅਦ ਸਾਡੇ ਪਰਿਵਾਰ ਨੂੰ ਕੋਈ ਬੀਮਾ ਪਾਲਿਸੀ ਜਾਂ ਅਸੀਂ ਜੀਂਦੇ ਵਕਤ ਕੋਈ ਰੱਬ ਨਾ ਕਰੇ ਮਿਸ ਹੈਪਨਿੰਗ ਹੋ ਜੇ, ਸਾਨੂੰ ਉਹਦੇ ਇਵਜ ਦੇ ਵਿੱਚ ਸਾਡੀ ਪਾਲਿਸੀ ਹੋਈ ਹੋਏ, ਸਾਨੂੰ ਖਤਰਾ ਨਹੀਂ ਰਹਿੰਦਾ। ਤੇ ਅੱਜ ਖਤਰਾ ਇਹ ਹੋ ਗਿਆ ਕਿ ਜਿਹੜੀਆਂ ਇਹ ਪਾਲਿਸੀਜ਼ ਕਰਾਈਆਂ ਉਹੋ ਹੀ ਡੁੱਬ ਚੱਲਿਆ ਸਾਰਾ ਕੁਝ। ਜਿਹੜੀ ਬੇੜੀ 'ਚ ਸਵਾਰ ਹੋਏ ਆ ਉਹ ਬੇੜੀ ਡੁੱਬ ਚੱਲੀ ਆ ਤੇ ਫਿਰ ਕਾਹਦੇ ਇਹ ਮਤਲਬ ਸਰਕਾਰਾਂ ਕਾਹਦੇ ਜੋਗੀਆਂ ਰਹਿ ਗਈਆਂ। ਸੋ ਅੱਜ ਬੇਸਿਕਲੀ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਧਰਨੇ ਦਿੱਤੇ ਗਏ ਆ ਕਿ ਜਿਹੜਾ ਅਡਾਨੀ ਤੇ ਅੰਬਾਨੀ ਵਰਗੇ ਬੰਦੇ ਜਿਹੜਾ ਦੇਸ਼ ਨੂੰ ਲੁੱਟ ਰਹੇ ਆ, ਸਰਕਾਰ ਲੁਟਾ ਰਹੀ ਆ। ਉਹ ਹਿੰਡਨਬਰਗ ਨੇ ਜੋ ਲੋਕਾਂ ਦੇ ਸਾਹਮਣੇ ਸੱਚਾਈ ਲਿਆਂਦੀ ਆ, ਜਿਸ ਕੰਪਨੀ ਨੇ, ਉਹ ਉਹਨਾਂ ਨੇ ਔਰ ਇਹਨਾਂ ਨੂੰ ਚੈਲੰਜ ਕੀਤਾ। ਸਭ ਤੋਂ ਵੱਡੀ ਗੱਲ ਹੈ, ਮੈਂ ਅੱਜ ਇੰਟਰਵਿਊ ਕਿਸੇ ਚੈਨਲ, ਨੈਸ਼ਨਲ ਚੈਨਲ 'ਤੇ ਦੇਖ ਰਿਹਾ ਸੀ, ਕਿਉਂਕਿ ਤੇ ਗੋਦੀ ਮੀਡੀਆ ਉਹਨਾਂ ਨੇ ਇਸ ਚੀਜ਼ ਨੂੰ ਕਿਸੇ ਨਾ ਕਿਸੇ ਢੰਗ 'ਤੇ ਸਪੋਰਟ ਕਰਨੀ ਆ। ਤੇ ਉੱਥੇ ਇੱਕ ਮੁੰਡਾ ਕਹਿ ਰਿਹਾ ਸੀ, ਕਹਿੰਦੇ ਜੀ ਇਹ ਤੇ ਬਾਹਰ ਦੀ ਏਜੰਸੀ ਆ ਤੇ ਇਹਦਾ ਕੀ ਆ। ਤੁਸੀਂ ਜਿਸ ਤੱਥਾਂ ਦੇ ਨਾਲ ਹਿੰਡਨਬਰਗ ਕੰਪਨੀ ਨੇ ਇਹ ਤੱਥ ਪੇਸ਼ ਕੀਤੇ ਆ, ਜਿਹੜੇ ਸਵਾਲ
ਅਡਾਨੀ ਵਾਸਤੇ ਛੱਡੇ ਆ, ਫਿਰ ਉਹਨੇ ਚੈਲੰਜ ਕੀਤਾ ਕਿ ਕੋਰਟ 'ਚ ਕੇਸ ਕਰ ਦਿਓ ਮੇਰੇ ਤੇ ਜੇ ਅਜੇ ਵੀ ਕਿਸੇ ਮੈਂ ਕਹੂੰਗਾ ਉਸ ਭਗਤ ਨੂੰ ਅਜੇ ਵੀ ਇਹ ਨਹੀਂ ਪਤਾ ਲੱਗ ਰਿਹਾ ਕਿ ਜਿਹੜਾ ਸਾਡਾ ਮੁਲਕ ਆ ਉਹ ਡੁੱਬਦਾ ਜਾ ਰਿਹਾ। ਸੋ ਇਸ ਕਰਕੇ ਮੈਂ ਸਮਝਦਾ ਕਿ ਅਲਾਰਮਿੰਗ ਸਾਡੇ ਵਾਸਤੇ ਸਿਚੁਏਸ਼ਨ ਹੈ ਔਰ ਜਲਦ ਹਿੰਦੁਸਤਾਨ ਦੇ ਲੋਕ ਜਾਗ ਜਾਣਗੇ। ਜ਼ਿਲ੍ਹਾ ਕਪੂਰਥਲਾ ਵਿੱਚ ਬਲੈਕੀ ਵੱਲੋਂ ਨਕਲੀ ਸ਼ਰਾਬ ਦੀ ਐਕਟਿਵਾ ਉੱਤੇ ਹੋਮ ਡਿਲੀਵਰੀ ਕਰਵਾਈ ਜਾਂਦੀ ਹੈ। ਮੋਟਾ ਪੈਸਾ ਕਮਾਉਣ ਦੇ ਚੱਕਰ 'ਚ ਬ੍ਰਾਂਡ ਡਿਡ ਕੰਪਨੀ ਮਾਰਕ ਦੀ ਡੁਪਲੀਕੇਟ ਸ਼ਰਾਬ ਤਿਆਰ ਕਰਕੇ ਸਮਗਲਰਾਂ ਵੱਲੋਂ ਨਿਡਰ ਹੋ ਕੇ ਲੋਕਾਂ ਨੂੰ ਵੇਚੀ ਜਾ ਰਹੀ ਹੈ ਅਤੇ ਲੋਕਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਕਪੂਰਥਲਾ ਪੁਲਿਸ ਅੱਖਾਂ ਬੰਦ ਕਰਕੇ ਬੈਠੀ ਹੈ। ਅਸਲੀ ਨਕਲੀ ਸ਼ਰਾਬ ਦੀ ਪਛਾਣ ਕਰਨ ਅਤੇ ਪੈਸੇ ਬਚਾਉਣ ਦੇ ਚੱਕਰ ਦੇ ਵਿੱਚ ਲੋਕ ਵੀ ਨਕਲੀ ਸ਼ਰਾਬ ਖਰੀਦ ਰਹੇ ਹਨ। ਆਰਐਸ ਵਾਈਨ ਕੰਪਨੀ ਦੇ ਭਰਾ ਰਿੱਕੀ ਵਾਲਿਆਂ ਨੇ ਕਪੂਰਥਲਾ 'ਚ ਵਿਕਣ ਵਾਲੇ ਮੌਜੂਦਾ ਸਰਕਾਰੀ ਸ਼ਰਾਬ ਦੇ ਠੇਕਿਆਂ ਅਤੇ ਬਲੈਕਿਆਂ ਵੱਲੋਂ ਕੀਤੀ ਜਾ ਰਹੀ ਸ਼ਰਾਬ ਦੇ ਠੇਕਿਆਂ ਵੱਲੋਂ ਕਪੂਰਥਲਾ ਖੇਤਰ 'ਚ ਵੇਚੀ ਜਾਂਦੀ ਅਸਲੀ ਨਕਲੀ ਸ਼ਰਾਬ ਨੂੰ ਲੈ ਕੇ ਕਪੂਰਥਲਾ ਪੁਲਿਸ ਤੇ ਸਵਾਲ ਚੁੱਕੇ ਹਨ। ਕੀ ਕਾਰਨ ਸੀ ਕਿ ਅੱਜ ਜਿਹੜੀ ਕਿ ਤੁਸੀਂ ਇਹ ਪ੍ਰੈਸ ਕਾਨਫਰੰਸ ਰਾਹੀਂ ਆਪਣੇ ਸ਼ਰਾਬ ਸੰਬੰਧੀ ਜਾਣਕਾਰੀ ਦਿੱਤੀ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਪਰਮਜੋਤ ਸਿੰਘ ਕਪੂਰਥਲੇ ਤੋਂ ਸ਼ਰਾਬ ਠੇਕੇਦਾਰ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮੋਟਿਵ ਇਹੀ ਹੈ ਜੀ, ਜਿਹੜੀ ਠੇਕਿਆਂ ਤੋਂ ਆਪਾਂ ਸ਼ਰਾਬ ਲੈਂਦੇ ਹਾਂ, ਠੇਕਿਆਂ ਤੋਂ ਸ਼ਰਾਬ ਜਿਹੜੀ ਪਿੱਛੋਂ ਕੰਪਨੀਆਂ ਤੋਂ ਭਰਾਈ ਜਾਂਦੀ ਉਹ ਆਹ ਚੀਜ਼ ਹੈ। ਇਹਦੇ ਰੰਗ ਦੇ ਵਿੱਚ ਫਰਕ ਦੇਖੋ ਤੁਸੀਂ, ਡਾਰਕਨੈਸ ਆ ਪੂਰੀ, ਠੀਕ ਹੈ ਜੀ। ਤੇ ਜਿਹੜੀ ਆਮ ਐਕਟਿਵਾਵਾਂ ਤੇ ਸੇਲ ਹੋ ਰਹੀ ਹੈ ਜਾਂ ਸ਼ਹਿਰ ਦੇ ਵਿੱਚ ਜਿਹੜੇ ਬਲੈਕੀ ਵੇਚ ਰਹੇ ਆ ਉਹ ਆਹ ਚੀਜ਼ ਹੈ। ਇਹਨੂੰ ਅੱਜ ਅਸੀਂ ਸੇਲ ਕਰਵਾਈ ਹੈ ਇੱਕ ਬਲੈਕੀ ਕੋਲੋਂ, ਐਕਟਿਵਾ ਦੇ ਉੱਤੇ ਆ ਕੇ ਉਹ ਦੇ ਕੇ ਗਿਆ। 400 ਰੁਪਏ ਦੀ ਉਹਨੇ ਬੋਤਲ ਦਿੱਤੀ ਹੈ। 100-150 ਰੁਪਏ ਪਿੱਛੇ ਜਿਹੜੇ ਲੋਕੀ ਇਹਨਾਂ ਕੋਲੋਂ ਲੈ ਕੇ ਜਾਲੀ ਸ਼ਰਾਬ ਪੀ ਰਹੇ ਆ। ਹੁਣ ਇਹਦੇ ਵਿੱਚ ਪਤਾ ਨਹੀਂ ਟੀਕੇ ਪਾਏ ਹੋਏ ਆ, ਕੋਈ ਨਸ਼ੇ ਦੀਆਂ ਗੋਲੀਆਂ ਪਾਈਆਂ ਹੋਈਆਂ ਜਾਂ ਕੋਈ ਗੰਦੀ ਸ਼ਰਾਬ ਪਾਈ ਹੋਈ ਹੈ। ਇਹ ਲੋਕੀ ਆਪਣੀ ਸਿਹਤ ਨਾਲ ਆਪ ਖਿਲਵਾੜ ਕਰਦੇ ਪਏ ਆ। ਇਸ ਸੰਬੰਧੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ? ਅਸੀਂ ਪੁਲਿਸ ਮਹਿਕਮੇ ਨੂੰ ਇਹੀ ਕਾਰਵਾਈ ਕਰਨ ਲਈ ਕਹਿੰਦੇ ਆ ਜੀ, ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਹੋਣ। ਜਿਹੜੇ ਐਕਟਿਵਾਵਾਂ 'ਤੇ ਸਪਲਾਈ ਕਰਦੇ ਪਏ ਆ ਇੱਕ-ਇੱਕ 2-2 ਬੋਤਲਾਂ ਕਰਕੇ ਸਸਤੇ ਰੇਟਾਂ ਦੇ ਵਿੱਚ, ਉਹਨਾਂ ਨੂੰ ਫੜ ਕੇ ਉਹਨਾਂ 'ਤੇ ਪਰਚੇ ਦਰਜ ਕੀਤੇ ਜਾਣ। ਜਿਨ੍ਹਾਂ 'ਤੇ ਪਹਿਲਾਂ ਤੋਂ ਹੀ ਪੁਰਾਣੇ ਪਰਚੇ ਦਰਜ ਨੇ ਉਹਨਾਂ ਨੂੰ ਥਾਣੇ 'ਚ ਬੁਲਾ ਕੇ ਤੇ ਉਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਰਿਆਂ ਨੂੰ ਪਤਾ ਹੀ ਹੈ ਕਿਹੜਾ ਬੰਦਾ ਕੀ ਕੰਮ ਕਰ ਰਿਹਾ ਤੇ ਕਿੱਥੇ ਵੇਚ ਰਿਹਾ, ਕੌਣ-ਕੌਣ ਐਕਟਿਵਾ 'ਤੇ ਸਪਲਾਈ ਕਰ ਰਿਹਾ। ਇਹ ਹੁਣ ਅਸੀਂ ਤਾਂ ਇਹੀ ਮੰਗ ਕਰਾਂਗੇ, ਕਿਉਂਕਿ ਜਿਹੜਾ ਜੇ ਤੇ ਅਸੀਂ ਠੇਕੇ ਤੋਂ ਸਾਡੇ ਕੋਲੋਂ ਲੈਂਦੇ ਆ, ਇਹ ਪੰਜਾਬ ਸਰਕਾਰ ਦਾ ਰੈਵਨਿਊ ਆ। ਜੇ ਸਾਡੇ ਕੋਲੋਂ ਲੈਣਗੇ ਅਸੀਂ ਪੰਜਾਬ ਸਰਕਾਰ ਨੂੰ ਰੈਵਨਿਊ ਦੇਵਾਂਗੇ, ਨਹੀਂ ਤਾਂ ਅਸੀਂ ਤਾਂ ਘਾਟੇ ਦੇ ਵਿੱਚ ਚੱਲ ਹੀ ਰਹੇ ਹਾਂ ਇਸ ਵੇਲੇ ਤੱਕ, ਠੀਕ ਹੈ ਜੀ। ਜੋ ਕਿ ਇਹਨਾਂ ਨੇ ਕਪੂਰਥਲੇ ਸ਼ਹਿਰ ਦਾ ਮਾਹੌਲ ਇੰਨਾ ਜ਼ਿਆਦਾ ਖ਼ਰਾਬ ਕਰ ਦਿੱਤਾ ਹੋਇਆ ਵੀ ਤਕਰੀਬਨ ਲੋਕੀ ਸਸਤੀ ਲੈਣ ਦੇ ਚੱਕਰ 'ਚ ਇਹਨਾਂ ਨੂੰ ਫੋਨ ਕਰਕੇ ਇਹਨਾਂ ਕੋਲ ਬੋਤਲਾਂ ਮੰਗਵਾਉਂਦੇ ਆ ਤੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਆ। ਇਹ ਸਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ। ਹੋਰ ਅਜਿਹੀ ਖਬਰਾਂ ਦੇ ਨਾਲ ਜੁੜੇ ਰਹਿਣ ਲਈ ਬਨੇ ਰਹੋ ਪੰਜਾਬ ਮੇਲ USA TV ਦੇ ਨਾਲ।